ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ। ਤਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਵੱਲੋਂ ਦੋ ਇੰਪੋਰਟੈਂਟ ਅਪਡੇਟ ਜਾਰੀ ਕੀਤੇ ਗਏ ਨੇ। ਆਪਾਂ ਸਭ ਤੋਂ ਪਹਿਲਾ ਜੋ ਇੰਪੋਰਟੈਂਟ ਅਪਡੇਟ ਹੈ ਉਸ ਦੇ ਬਾਰੇ ਡਿਸਕਸ ਕਰ ਲੈਂਦੇ ਹਾਂ। ਤਾਂ ਜੋ ਪਹਿਲਾ ਇੰਪੋਰਟੈਂਟ ਅਪਡੇਟ ਜਾਰੀ ਕੀਤਾ ਗਿਆ ਤੁਹਾਡੀ ਕਲਰਕ, ਕੈਸ਼ੀਅਰ ਅਤੇ ਕਲਰਕ ਪਲੱਸ ਕੈਸ਼ੀਅਰ ਦੀ ਪੋਸਟ ਨੂੰ ਲੈ ਕੇ ਜਾਰੀ ਕੀਤਾ ਗਿਆ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਸ ਐਗਜ਼ਾਮ ਦਾ ਜੋ ਟਾਈਪਿੰਗ ਟੈਸਟ ਸੀ ਆਲਰੇਡੀ ਕੰਡਕਟ ਕਰਵਾ ਲਿਆ ਗਿਆ ਸੀਗਾ ਅਤੇ ਉਹਨਾਂ ਕੈਂਡੀਡੇਟਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਕੰਡਕਟ ਕਰਵਾ ਲਈ ਗਈ ਸੀਗੀ। ਹੁਣ ਇਹਨਾਂ ਨੇ ਸੈਕਿੰਡ ਲਿਸਟ ਅਪਡੇਟ ਕੀਤੀ ਹੈ। ਤਾਂ ਜੋ ਸੈਕਿੰਡ ਲਿਸਟ ਇੱਥੇ ਇਹਨਾਂ ਨੇ ਅਪਡੇਟ ਕੀਤੀ ਹੈ ਉਹ ਇਸੇ ਕਰਕੇ ਕੀਤੀ ਹੈ ਕਿਉਂਕਿ ਜੋ ਪਹਿਲਾਂ 31 ਕੈਂਡੀਡੇਟਸ ਟਾਈਪਿੰਗ ਦੇ ਲਈ ਬੁਲਾਏ ਗਏ ਸੀ ਉਹਨਾਂ ਵਿੱਚੋਂ ਕੁਝ ਹੀ ਕੈਂਡੀਡੇਟਸ ਨੇ ਟਾਈਪਿੰਗ ਟੈਸਟ ਨੂੰ ਕੁਆਲੀਫਾਈ ਕੀਤਾ ਹੈ। ਤਾਂ ਬਾਕੀ ਜਿੰਨੀਆਂ ਵੀ ਪੋਸਟਾਂ ਬਚ ਗਈਆਂ ਸੀਗੀਆਂ ਉਹਨਾਂ ਦੇ ਲਈ ਇਹਨਾਂ ਨੇ ਹੁਣ ਨਵੇਂ ਕੈਂਡੀਡੇਟਸ ਨੂੰ ਬੁਲਾਇਆ ਹੈ। ਤਾਂ ਇੱਥੇ ਟੋਟਲ ਜੋ ਕੈਂਡੀਡੇਟਸ ਇਹਨਾਂ ਨੇ ਬੁਲਾਏ ਨੇ ਉਹ 19 ਕੈਂਡੀਡੇਟਸ ਨੇ ਤੇ ਇੱਥੇ 19 ਕੈਂਡੀਡੇਟਸ ਦਾ ਜੋ ਨਾਮ ਹੈ ਤੁਸੀਂ ਵੇਖ ਸਕਦੇ ਹੋ। ਠੀਕ ਹੈ, ਤਾਂ ਇਹਨਾਂ 19 ਕੈਂਡੀਡੇਟਸ ਨੂੰ ਹੁਣ 18 ਤਰੀਕ ਨੂੰ ਬੁਲਾਇਆ ਗਿਆ, 18 ਅਗਸਤ ਨੂੰ, ਤੇ ਤੁਸੀਂ ਉੱਥੇ ਜਾ ਕੇ ਆਪਣੀ ਟਾਈਪਿੰਗ ਦੇਣੀ ਹੈ ਅਤੇ ਜਿਹੜੇ ਕੈਂਡੀਡੇਟਸ ਟਾਈਪਿੰਗ ਨੂੰ ਕਲੀਅਰ ਕਰਨਗੇ ਉਹਨਾਂ ਨੂੰ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਉਹਨਾਂ ਦੀ ਉੱਥੇ ਹੀ ਕਰ ਦਿੱਤੀ ਜਾਊਗੀ। ਠੀਕ ਹੈ, ਤਾਂ ਡਾਕੂਮੈਂਟ ਵੈਰੀਫਿਕੇਸ਼ਨ ਦੀ ਜੋ ਤੁਹਾਡੀ ਫੀਸ ਰਹੂਗੀ ਉਹ ਜਰਨਲ ਕੈਂਡੀਡੇਟ ਲਈ 1000 ਰੁਪਇਆ ਰਹੂਗੀ ਅਤੇ SC ਕੈਂਡੀਡੇਟ ਲਈ 500 ਰੁਪਇਆ ਰਹੂਗੀ। ਤਾਂ ਤੁਸੀਂ 1000 ਰੁਪਇਆ ਲੈ ਕੇ ਜਾਣਾ ਉੱਥੇ। ਠੀਕ ਹੈ, ਤੇ ਇਸ ਤੋਂ ਇਲਾਵਾ ਟਾਈਪਿੰਗ ਕਿਵੇਂ ਸੀਗੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਇੰਪੋਰਟੈਂਟ ਜਾਣਕਾਰੀ ਟਾਈਪਿੰਗ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਦਊਂਗਾ। ਸਭ ਤੋਂ ਪਹਿਲਾਂ ਆਪਾਂ ਜੋ ਦੂਜਾ ਇੰਪੋਰਟੈਂਟ ਅਪਡੇਟ ਹੈ ਉਸ ਦੇ ਬਾਰੇ ਡਿਸਕਸ ਕਰ ਲੈਂਦੇ ਹਾਂ। ਤਾਂ ਸੈਕਿੰਡ ਜੋ ਇੰਪੋਰਟੈਂਟ ਅਪਡੇਟ ਇੱਥੇ ਇਹਨਾਂ ਨੇ ਜਾਰੀ ਕੀਤਾ ਉਹ ਪਰਸੋਂ ਜਾਰੀ ਕੀਤਾ ਸੀਗਾ, ਜਿਸ ਦੇ ਵਿੱਚ ਇਹਨਾਂ ਨੇ ਜੋ ਕਾਫੀ ਸਾਰੀਆਂ ਪੋਸਟਾਂ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਨੇ ਜਿਨ੍ਹਾਂ ਦਾ ਟੈਸਟ ਕੰਡਕਟ ਕਰਵਾਉਣਾ ਸੀਗਾ ਉਹਨਾਂ ਦੀ ਜੋ ਐਗਜ਼ਾਮ ਡੇਟ ਹੈ ਉਹ ਇੱਥੇ ਆਪਾਂ ਨੂੰ ਦੱਸ ਦਿੱਤੀ ਹੈ। ਠੀਕ ਹੈ, ਤਾਂ ਇੱਥੇ ਟੈਂਟੇਟਿਵ ਡੇਟ ਇੱਥੇ ਇਹਨਾਂ ਨੇ ਆਪਾਂ ਨੂੰ ਦਿੱਤੀ ਹੈ, ਜਿਵੇਂ ਕਿ ਲੈਬ ਅਟੈਂਡੈਂਟ, ਉਸ ਤੋਂ ਬਾਅਦ ਡਾਇਲਿਸਿਸ ਟੈਕਨੀਸ਼ੀਅਨ, ਉਸ ਤੋਂ ਬਾਅਦ ਹੈਲਥ ਵਿਜ਼ਿਟਰ ਅਤੇ ਪਲੰਬਰ, ਕਾਰਪੈਂਟਰ। ਇਹ ਜੋ ਐਗਜ਼ਾਮ ਨੇ ਇਹਨਾਂ ਦਾ ਜੋ ਟੈਸਟ ਹੈ 14 ਅਗਸਤ ਨੂੰ ਕੰਡਕਟ ਕਰਵਾਇਆ ਜਾਊਗਾ। ਬਾਕੀ ਜੋ ਐਗਜ਼ਾਮ ਨੇ ਜਿਵੇਂ ਕਿ ਪਲਾਸਟਰ ਕਟਰ ਦਾ, ਉਸ ਤੋਂ ਬਾਅਦ ਆਪਰੇਸ਼ਨ ਥੀਏਟਰ ਅਸਿਸਟੈਂਟ ਦਾ, ਇਹ 21 ਅਗਸਤ ਨੂੰ ਕੰਡਕਟ ਕਰਵਾਇਆ ਜਾਊਗਾ। ਉਸੇ ਤਰ੍ਹਾਂ ਹੋਸਟਲ ਵਾਰਡਨ, ਸਪੀਚ ਥੈਰੇਪਿਸਟ, ਇਹ ਜੋ ਪੋਸਟਾਂ ਦੇ ਟੈਸਟ ਨੇ ਉਹ ਤੁਹਾਡੇ 26 ਅਗਸਤ ਨੂੰ ਕੰਡਕਟ ਕਰਵਾਏ ਜਾਣਗੇ। ਤਾਂ ਕੋਵਿਡ-19 ਕਰਕੇ ਇੱਥੇ ਇਹਨਾਂ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਇਸ ਐਡਵਾਈਜ਼ਰੀ ਨੂੰ ਤੁਸੀਂ ਫੋਲੋ ਕਰਨਾ ਹੈ। ਇੱਥੇ ਜੋ ਵੀ ਇੰਸਟਰਕਸ਼ਨਸ ਦਿੱਤੀਆਂ ਤੁਸੀਂ ਇਸ ਨੂੰ ਪੜ੍ਹ ਲੈਣਾ ਹੈ। ਠੀਕ ਹੈ, ਤਾਂ ਮਾਸਕ ਵਗੈਰਾ ਤੁਸੀਂ ਆਪਣੇ ਪਾ ਕੇ ਜਾਣੇ ਨੇ। ਜੋ ਰੋਲ ਨੰਬਰ ਸਲਿੱਪ ਹੈ ਉਸ ਨੂੰ ਤੁਸੀਂ ਜ਼ਰੂਰ ਡਾਊਨਲੋਡ ਕਰਕੇ ਲੈ ਕੇ ਜਾਣਾ ਅਤੇ ਇਸ ਤੋਂ ਬਾਅਦ ਜੋ ਤੁਸੀਂ ਆਪਣੀ ਵਾਟਰ ਬੋਟਲਸ ਨੇ ਉਸ ਨੂੰ ਲੈ ਕੇ ਜਾ ਸਕਦੇ ਹੋ। ਠੀਕ ਹੈ, ਤਾਂ ਬਾਕੀ ਜੋ ਜਾਣਕਾਰੀ ਉਹ ਤੁਸੀਂ ਖੁਦ ਪੜ੍ਹ ਲੈਣੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਟਾਈਪਿੰਗ ਟੈਸਟ ਦੀ। ਤਾਂ ਜੋ ਕਲਰਕ, ਕੈਸ਼ੀਅਰ ਅਤੇ ਕਲਰਕ ਪਲੱਸ ਕੈਸ਼ੀਅਰ ਦਾ ਟਾਈਪਿੰਗ ਟੈਸਟ ਜੋ ਪਹਿਲਾਂ ਹੋ ਕੇ ਹਟਿਆ ਉਹ ਕਾਫੀ ਈਜ਼ੀ ਆਇਆ ਸੀਗਾ। ਆਰਾਮ ਨਾਲ ਤੁਸੀਂ 15 ਦਿਨ ਤਿਆਰੀ ਕਰਕੇ ਵੀ ਇਹ ਜੋ ਟੈਸਟ ਹੈ ਇਸ ਨੂੰ ਕੁਆਲੀਫਾਈ ਕਰ ਸਕਦੇ ਹੋ। ਜੇਕਰ ਆਲਰੇਡੀ ਤੁਹਾਡੀ ਇੰਗਲਿਸ਼ ਦੀ ਸਪੀਡ ਅੱਛੀ ਹੈ ਤਾਂ ਪੰਜਾਬੀ ਦੀ ਸਪੀਡ ਤੁਸੀਂ ਬਣਾ ਸਕਦੇ ਹੋ 30+ ਆਰਾਮ ਨਾਲ 15 ਦਿਨ ਦੇ ਵਿੱਚ ਕਰ ਸਕਦੇ ਹੋ। ਆਲਰੇਡੀ ਮੈਂ ਇੱਕ ਵੀਡੀਓ ਵੀ ਇਸ ਦੇ ਉੱਤੇ ਬਣਾਈ ਹੋਈ ਹੈ। ਠੀਕ ਹੈ, ਤਾਂ ਤੁਹਾਡਾ ਜੋ ਟਾਈਪਿੰਗ ਟੈਸਟ ਹੋਣਾ ਹੈ ਇਹ ਸੌਫਟਵੇਅਰ ਦੇ ਵਿੱਚ ਕੰਡਕਟ ਕਰਵਾਇਆ ਜਾਣਾ। ਤੁਸੀਂ ਸਕਰੀਨ ਤੋਂ ਵੇਖ ਕੇ ਸਕਰੀਨ ਦੇ ਉੱਤੇ ਹੀ ਟਾਈਪ ਕਰਨਾ ਹੋਊਗਾ, ਜਿਵੇਂ ਕਿ PSSP ਦੇ ਐਗਜ਼ਾਮ ਦੇ ਵਿੱਚ ਟਾਈਪਿੰਗ ਲਿੱਤੀ ਗਈ ਸੀਗੀ। ਤਾਂ ਇੱਥੇ ਜੋ ਤੁਹਾਡਾ ਟਾਈਪਿੰਗ ਹੈ ਉਸ ਦੇ ਵਿੱਚ ਤੁਹਾਨੂੰ ਚੰਕ ਆਉਣਗੇ। ਇੱਕ ਚੰਕ ਦੇ ਵਿੱਚ ਇੱਕ ਜਾਂ ਫਿਰ 2 ਲਾਈਨਾਂ ਹੀ ਹੋਣਗੀਆਂ। PSSP ਦਾ ਜੋ ਐਗਜ਼ਾਮ ਸੀਗਾ ਉਸ ਦੇ ਵਿੱਚ ਇੱਕ ਚੰਕ ਦੇ ਵਿੱਚ 3 ਲਾਈਨਾਂ ਹੁੰਦੀਆਂ ਸੀ, ਜਦ ਕਿ ਇਹ ਜੋ ਸੌਫਟਵੇਅਰ ਹੋਊਗਾ ਇਸ ਦੇ ਵਿੱਚ ਇੱਕ ਚੰਕ ਦੇ ਵਿੱਚ ਇੱਕ ਜਾਂ ਫਿਰ 2 ਲਾਈਨਾਂ ਹੀ ਹੋਣਗੀਆਂ। ਤੁਸੀਂ ਆਪਣੀ ਜੋ ਤਿਆਰੀ ਹੈ ਉਹ ਆਨਲਾਈਨ ਕਰ ਸਕਦੇ ਹੋ। ਆਨਲਾਈਨ ਕਾਫੀ ਸਾਰੀਆਂ ਸਾਈਟਸ ਨੇ ਜਿੱਥੋਂ ਤੁਸੀਂ ਆਪਣੀ ਤਿਆਰੀ ਜੋ ਹੈ ਟਾਈਪਿੰਗ ਟੈਸਟ ਲਈ ਕਰ ਸਕਦੇ ਹੋ। ਉਹ ਜੋ ਵੈਬਸਾਈਟ ਹੈ ਉਸ ਦਾ ਜੋ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਤੁਸੀਂ ਉੱਥੇ ਜਾ ਕੇ PSSP ਦਾ ਜੋ ਐਗਜ਼ਾਮ ਟਾਈਪਿੰਗ ਦਾ ਕੰਡਕਟ ਕਰਵਾਇਆ ਗਿਆ ਸੀਗਾ ਉਸ ਦੇ ਅਕੋਰਡਿੰਗ ਹੀ ਤਿਆਰੀ ਕਰਨੀ ਹੈ। ਅਤੇ ਤੁਸੀਂ ਜੇਕਰ ਘਰ ਦੇ ਵਿੱਚ ਸਪੀਡ ਜੋ 30 ਕੱਢ ਪਾ ਰਹੇ ਹੋ ਤਾਂ ਤੁਸੀਂ ਉੱਥੇ ਜਾ ਕੇ ਆਪਣੀ ਜੋ ਸਪੀਡ ਹੈ ਉਹ 30+ ਹੀ ਕੱਢੋਗੇ। ਠੀਕ ਹੈ, ਤਾਂ ਬਹੁਤੀ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ। ਆਰਾਮ ਦੇ ਨਾਲ ਤੁਹਾਡਾ ਜੋ ਟਾਈਪਿੰਗ ਟੈਸਟ ਹੈ ਉਹ ਕਲੀਅਰ ਹੋ ਜਾਊਗਾ। ਬਹੁਤ ਸਾਰੇ ਕੈਂਡੀਡੇਟਸ ਆਲਰੇਡੀ ਜੋ ਟਾਈਪਿੰਗ ਟੈਸਟ ਨੇ ਉਹ ਕਲੀਅਰ ਕਰ ਚੁੱਕੇ, ਜਿਨ੍ਹਾਂ ਦੀ ਟਾਈਪਿੰਗ ਪੰਜਾਬੀ ਦੀ ਬਹੁਤ ਘੱਟ ਸੀਗੀ। ਉਹਨਾਂ ਨੇ 8-9 ਦਿਨਾਂ ਦੇ ਵਿੱਚ ਹੀ ਆਪਣੀ ਜੋ ਟਾਈਪਿੰਗ ਸਪੀਡ ਹੈ ਉਹ 30+ ਕਰ ਲਈ। ਤੇ ਉੱਥੇ ਚੰਕ ਵਾਲਾ ਜੋ ਸਿਸਟਮ ਹੈ ਕਾਫੀ ਈਜ਼ੀ ਆਇਆ ਤੇ ਜੋ ਟਾਈਪਿੰਗ ਦਾ ਮਟੀਰੀਅਲ ਹੈ ਉਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਡਿਫੀਕਲਟ ਵਰਡ ਨਹੀਂ ਆਇਆ। ਬੜੇ ਛੋਟੇ ਵਰਡ ਸੀਗੇ, ਬੜੇ ਈਜ਼ੀ ਵਰਡ ਸੀਗੇ। ਠੀਕ ਹੈ, ਤਾਂ ਉਹਨਾਂ ਨੇ ਬੜੀ ਆਰਾਮ ਦੇ ਨਾਲ ਟਾਈਪਿੰਗ ਟੈਸਟ ਨੂੰ ਕਲੀਅਰ ਕੀਤਾ ਹੈ। ਕੁਝ ਕੈਂਡੀਡੇਟਸ ਦਾ ਟਾਈਪਿੰਗ ਟੈਸਟ ਰਿਹਾ ਉਹ ਉਹਨਾਂ ਦਾ ਟਾਈਪਿੰਗ ਟੈਸਟ ਸਿਰਫ ਉੱਥੇ ਟੈਨਸ਼ਨ ਦੇ ਕਰਕੇ ਰਿਹਾ। ਠੀਕ ਹੈ, ਬਾਕੀ ਤੁਸੀਂ ਉੱਥੇ ਟੈਨਸ਼ਨ ਵਗੈਰਾ ਨਹੀਂ ਲੈਣੀ, ਉਸ ਦੇ ਕਰਕੇ ਸਪੀਡ ਘਟਦੀ ਹੁੰਦੀ ਹੈ, ਆਪਣਾ ਤੁਸੀਂ ਟਾਈਪ ਕਰਦੇ ਰਹਿਣੇ। ਠੀਕ ਹੈ, ਤੇ ਇੱਥੇ ਜੋ ਡਾਕੂਮੈਂਟਸ ਤੁਸੀਂ ਲੈ ਕੇ ਜਾਣੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੇ। ਤਾਂ ਇੱਥੇ ਤੁਸੀਂ ਆਪਣੇ ਜੋ ਸਰਟੀਫਿਕੇਟਸ ਨੇ ਓਰੀਜਨਲ ਉਹ ਲੈ ਕੇ ਜਾਣੇ ਨੇ ਸਾਰੇ। ਠੀਕ ਹੈ, ਤੇ ਉਹਨਾਂ ਦੀ ਫੋਟੋ ਕਾਪੀਜ਼ ਵੀ ਲੈ ਕੇ ਜਾਣੀ ਹੈ, ਜਿਵੇਂ ਕਿ ਤੁਹਾਡਾ 10ਵੀਂ ਦਾ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ, ਤੁਹਾਡਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ। ਠੀਕ ਹੈ, ਉਸ ਤੋਂ ਤੁਹਾਡਾ ਕੰਪਿਊਟਰ ਦਾ ਸਰਟੀਫਿਕੇਟ,
क्योंकि इत्थे 120 घंटिਆਂ ਦਾ ISO वाला सर्टिफिकेट मंगिया सीगा, ठीक है। ਤਾਂ ਇਹ ਤੁਸੀਂ ਲੈ ਕੇ ਜਾਣੇ। ਇਸ ਤੋਂ ਇਲਾਵਾ ਤੁਹਾਡਾ ਜੇਕਰ ਤੁਸੀਂ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡਾ ਰੈਜ਼ੀਡੈਂਸ ਸਰਟੀਫਿਕੇਟ, ਤੁਹਾਡਾ ਕਾਸਟ ਸਰਟੀਫਿਕੇਟ, ਠੀਕ ਹੈ। ਤਾਂ ਇਹ ਸਰਟੀਫਿਕੇਟ ਵੀ ਤੁਸੀਂ ਲੈ ਕੇ ਜਾਣੇ ਨੇ, ਠੀਕ ਹੈ। ਤਾਂ ਇਹ ਇੰਪੋਰਟੈਂਟ ਸਰਟੀਫਿਕੇਟਸ ਨੇ ਜਿਹੜੇ ਤੁਸੀਂ ਲੈ ਕੇ ਜਾਣੇ ਨੇ, ਠੀਕ ਹੈ। ਤਾਂ ਇਹਨਾਂ ਨੂੰ ਤੁਸੀਂ ਨੋਟ ਡਾਊਨ ਕਰ ਲਓ ਤੇ ਇਸ ਦੇ ਨਾਲ ਤੁਸੀਂ ਆਪਣਾ ਜੋ ਰੋਲ ਨੰਬਰ ਸਲਿੱਪ ਹੈ ਉਸ ਨੂੰ ਵੀ ਲੈ ਕੇ ਚੱਲ ਜਾਓ, ਠੀਕ ਹੈ। ਤਾਂ ਤੁਸੀਂ ਰੋਲ ਨੰਬਰ ਕਿਵੇਂ ਡਾਊਨਲੋਡ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ। ਤਾਂ ਜਦੋਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਓਪਨ ਕਰੋਗੇ bfuhs.ac.in ਤਾਂ ਇੱਥੇ ਤੁਸੀਂ ਜੌਬਸ ਐਂਡ ਕੈਰੀਅਰ ਦੀ ਜੋ ਆਪਸ਼ਨ ਹੈ ਉਹ ਵੇਖ ਸਕਦੇ ਹੋ, ਠੀਕ ਹੈ। ਤਾਂ ਤੁਸੀਂ ਇਸ ਦੇ ਉੱਤੇ ਕਲਿੱਕ ਕਰਨਾ ਹੈ, ਪੰਜਾਬ ਗਵਰਨਮੈਂਟ ਰਿਕਰੂਟਮੈਂਟਸ ਇਸ ਦੇ ਉੱਤੇ ਕਲਿੱਕ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਤੁਹਾਨੂੰ ਇੱਥੇ ਇੱਕ ਲਿੰਕ ਦਿੱਤਾ ਹੋਊਗਾ, ਕਲਿੱਕ ਟੂ ਡਾਊਨਲੋਡ ਐਡਮਿਟ ਰੋਲ ਨੰਬਰ 4 ਰਿਕਰੂਟਮੈਂਟ ਟੈਸਟ ਫੋਰ ਕਲਰਕ ਕੈਸ਼ੀਅਰ ਪਲੱਸ ਕੈਸ਼ੀਅਰ, ਠੀਕ ਹੈ। ਤਾਂ ਇਸ ਦੇ ਉੱਤੇ ਕਲਿੱਕ ਕਰਕੇ ਤੁਸੀਂ ਆਪਣਾ ਜੋ ਲੌਗਇਨ ਆਈਡੀ ਹੈ ਤੇ ਪਾਸਵਰਡ ਜੋ ਹੈ ਉਸ ਨੂੰ ਫਿਲ ਕਰਕੇ ਲੌਗਇਨ ਕਰਨਾ ਹੈ। ਤਾਂ ਤੁਹਾਡੇ ਸਾਹਮਣੇ ਰੋਲ ਨੰਬਰ ਜੋ ਡਾਊਨਲੋਡ ਕਰਨ ਦੀ ਆਪਸ਼ਨ ਹੈ ਉਹ ਆ ਜਾਊਗੀ, ਠੀਕ ਹੈ। ਤਾਂ ਜਿਵੇਂ ਤੁਸੀਂ ਪਹਿਲਾਂ ਆਪਣੇ ਰਿਟਨ ਪੇਪਰ ਦੇ ਲਈ ਰੋਲ ਨੰਬਰ ਡਾਊਨਲੋਡ ਕੀਤੇ ਸੀ ਉਵੇਂ ਹੀ ਇਸ ਐਗਜ਼ਾਮ ਦੇ ਲਈ ਵੀ ਆਪਣੇ ਰੋਲ ਨੰਬਰ ਡਾਊਨਲੋਡ ਕਰਨੇ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਇਹ ਜੋ ਡਾਕੂਮੈਂਟਸ ਨੇ ਇਹਨਾਂ ਦੇ ਨਾਲ ਤੁਸੀਂ ਆਪਣੀ 1000 ਰੁਪਿਆ ਫੀਸ ਡਾਕੂਮੈਂਟ ਵੈਰੀਫਾਈ ਕਰਾਉਣ ਦੀ ਇਹ ਵੀ ਲੈ ਕੇ ਜਾਣੀ ਹੈ, ਠੀਕ ਹੈ। ਤਾਂ ਇਸ ਫੀਸ ਨੂੰ ਨਹੀਂ ਭੁੱਲਣਾ ਤੁਸੀਂ, ਕਿਉਂਕਿ ਉੱਥੇ ਫੀਸ ਤੁਹਾਡੇ ਤੋਂ ਲਿੱਤੀ ਜਾਊਗੀ ਜੇਕਰ ਤੁਸੀਂ ਟਾਈਪਿੰਗ ਟੈਸਟ ਨੂੰ ਕਲੀਅਰ ਕਰਦੇ ਹੋ ਤੇ ਡਾਕੂਮੈਂਟ ਵੈਰੀਫਾਈ ਕਰਾਉਣੇ ਹੋ, ਠੀਕ ਹੈ। ਤਾਂ ਡਾਕੂਮੈਂਟ ਵੈਰੀਫਾਈ ਤੁਹਾਡੇ ਉੱਦੇ ਹੀ ਕੀਤੇ ਜਾਣਗੇ, ਤਾਂ ਤੁਸੀਂ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਕਈ ਕੈਂਡੀਡੇਟਸ ਦਾ ਇਹ ਸਵਾਲ ਹੋਊਗਾ ਕਿ ਕੀ ਤੀਜੀ ਲਿਸਟ ਆਊਗੀ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੀਜੀ ਲਿਸਟ ਵੀ ਆਊਗੀ, ਕਿਉਂਕਿ ਇੱਥੇ 19 ਕੈਂਡੀਡੇਟ ਬੁਲਾਏ ਗਏ ਨੇ ਅਤੇ ਇਹਨਾਂ 19 ਕੈਂਡੀਡੇਟਸ ਚੋਂ ਹੁਣ ਵੀ ਕੁਝ ਹੀ ਕੈਂਡੀਡੇਟਸ ਜੋ ਟਾਈਪਿੰਗ ਨੇ ਉਸ ਨੂੰ ਕਲੀਅਰ ਕਰ ਪਾਉਣਗੇ, ਠੀਕ ਹੈ। ਹੋ ਸਕਦਾ ਕਿ ਪੂਰੇ ਕੈਂਡੀਡੇਟਸ ਇਸ ਟਾਈਪਿੰਗ ਨੂੰ ਕਲੀਅਰ ਕਰ ਲੈਣ, ਲੇਕਿਨ ਚਾਂਸਸ ਇਸ ਦੇ ਕਾਫੀ ਘੱਟ ਨੇ। ਇਸੇ ਕਰਕੇ ਥਰਡ ਲਿਸਟ ਵੀ ਆਊਗੀ। ਤਾਂ ਤੁਸੀਂ ਆਪਣੀ ਤਿਆਰੀ ਹੁਣ ਤੋਂ ਹੀ ਕਰ ਲਵੋ, ਆਪਣੀ ਜੋ ਪੰਜਾਬੀ ਦੀ ਟਾਈਪਿੰਗ ਸਪੀਡ ਹੈ ਉਸ ਨੂੰ 35 ਕਰ ਲਵੋ ਤੇ ਤੁਹਾਡਾ ਐਗਜ਼ਾਮ ਆਰਾਮ ਦੇ ਨਾਲ ਕਲੀਅਰ ਹੋ ਜਾਊਗਾ, ਠੀਕ ਹੈ। ਤਾਂ ਥਰਡ ਲਿਸਟ ਦੀ ਵੇਟ ਨਾ ਕਰੋ, ਥਰਡ ਲਿਸਟ ਆਊਗੀ ਹੀ ਆਊਗੀ, ਤਾਂ ਤੁਸੀਂ ਆਪਣੀ ਤਿਆਰੀ ਕਰੋ। ਤਾਂ ਇਹ ਇੰਪੋਰਟੈਂਟ ਅਪਡੇਟ ਸੀਗੇ। ਤੇ ਬਾਕੀ ਜੇਕਰ ਤੁਹਾਡਾ ਟਾਈਪਿੰਗ ਟੈਸਟ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸਵਾਲ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਤੇ ਇਹੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀਗੀ ਤੇ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।